ਹੁਣ ਜਿਹੜਾ ਆਪਾਂ ਦੇਖਿਆ ਕਿ ਐਕਟਿੰਗ ਜਥੇਦਾਰ ਭਾਈ ਹਰਪ੍ਰੀਤ ਸਿੰਘ ਸੀ, ਭਾਈ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਵਰਡ ਯੂਜ਼ ਕੀਤਾ ਕਿ ਉਹਨਾਂ ਨੇ ਜਿਹੜਾ ਕਿਹਾ ਸੀ ਕਿ ਮੈਨੂੰ ਇੱਕ ਜਗ੍ਹਾ ਤੇ ਬਣਾ ਦਿਓ ਤੇ ਅਸੀਂ ਉਹਨਾਂ ਨੂੰ ਜਿਹੜਾ ਹੈ ਇੱਥੋਂ ਲੈ ਕੇ ਤੇ ਦਮਦਮਾ ਸਾਹਿਬ ਦੇ ਹੀ ਹੋ ਰਹਿਣਗੇ। ਭਾਰਤੀ ਜਨਤਾ ਪਾਰਟੀ ਆ RSS ਵਾਲੇ ਆਪਣੀ ਪੁਗਾ ਗਏ ਸੀ, ਸੋ ਉਦੋਂ ਉਹਨਾਂ ਨੇ ਗਿਆਨੀ ਜੀ ਨੂੰ ਜਿਸ ਤਰ੍ਹਾਂ ਨਹੀਂ ਲੈਣ ਦਿੱਤਾ ਹਨਾ, ਵੀ ਉਹ ਸੀਗਾ ਵੀ ਸਾਨੂੰ ਲੱਗਦਾ ਵੀ ਉਹ ਉਦੋਂ ਜਿਹੜਾ ਦਿੱਲੀ ਵਾਲਾ ਗਰੁੱਪ ਆ ਉਹਨੂੰ ਲੱਗਦਾ ਸੀਗਾ ਵੀ ਇਹ ਬੇਪਤੀ ਕਰਕੇ ਲਾਇਆ ਜਾ ਰਿਹਾ ਹੈ। ਹੁਣ ਜਿਹੜੀ ਆਈ ਆ ਵੀ ਉਹਨਾਂ ਨੇ ਜਿਸ ਤਰ੍ਹਾਂ ਧਾਮੀ ਸਾਹਿਬ ਦਾ ਆਇਆ ਹੈਗਾ ਵੀ ਉਹਨਾਂ ਨੇ ਸਵੈ ਇੱਛਾ ਨਾਲ ਇਹ ਪ੍ਰਗਟ ਕਰਿਆ ਸੀਗਾ ਵੀ ਮੈਨੂੰ ਅਕਾਲ ਤਖਤ ਸਾਹਿਬ ਦੀ ਜਿਹੜੀ ਸੇਵਾ ਤੋਂ ਮੁਕਤ ਕਰਿਆ ਜਾਵੇ, ਮੈਂ ਤਖਤ ਸ੍ਰੀ ਦਮਦਮਾ ਸਾਹਿਬ ਵਿੱਚ ਹੀ ਰਹਿਣਾ ਚਾਹੁੰਦਾ ਹਾਂ। ਸੋ ਇੱਥੇ ਤੁਸੀਂ ਕੋਈ ਆਪਣਾ ਨਵਾਂ ਜਿਹੜਾ ਸਿੰਘ ਆ ਉਹਨੂੰ ਨਿਯੁਕਤ ਕਰੋ। ਸੋ ਹੁਣ ਤੁਸੀਂ ਦੇਖੋ ਵੀ ਭਾਈ ਰਘਬੀਰ ਸਿੰਘ ਹੁਣ ਪੱਕੇ ਜਥੇਦਾਰ ਲਾਏ ਗਏ ਨੇ। ਜੀ ਜੀ ਬਿਲਕੁਲ, ਇਹ ਐਕਟਿੰਗ ਨਹੀਂ ਹੈ, ਐਕਟਿੰਗ ਨਹੀਂ ਹੈ, ਪੱਕੇ ਹਨ ਜੀ। ਗਿਆਨੀ ਹਰਪ੍ਰੀਤ ਸਿੰਘ ਐਕਟਿੰਗ ਜਥੇਦਾਰ ਸੀ। ਜਦੋਂ ਉਹ ਹੈੱਡ ਗ੍ਰੰਥੀ ਦੇ ਤੌਰ ਤੇ ਤਨਖਾਹਦਾਰ ਮੁਲਾਜ਼ਮ ਦੇ ਤੌਰ ਤੇ ਕੰਮ ਕਰ ਰਿਹਾ ਹੈ, ਫਿਰ ਉਹ ਅਕਾਲ ਤਖਤ ਦੀ ਜਿਹੜੀ ਸੰਸਥਾ ਤੇ ਸੇਵਾ ਨਿਭਾ ਰਿਹਾ ਹੈ, ਉਹ ਉਸ ਤਨਖਾਹਦਾਰ ਮੁਲਾਜ਼ਮ ਵਾਲੀ ਹੈਸੀਅਤ ਨਾਲੋਂ ਵੱਡੀ ਹੈ। ਗ੍ਰੰਥੀ ਦਾ ਤੇ ਜਥੇਦਾਰ ਦਾ ਇਹੀ ਫਰਕ ਹੈ ਵੀ ਜਥੇਦਾਰ ਸਰਵਉੱਚ ਨੇ, ਹਨਾ, ਉਹਨਾਂ ਨੇ ਕੌਮ ਦੇ ਭਲੇ ਲਈ ਫੈਸਲੇ ਲੈਣੇ ਆ, ਕੁਝ ਡਿਸੀਜਨ ਮੇਕਿੰਗ ਪ੍ਰੋਸੈਸ ਕ੍ਰੀਏਟ ਕਰਨੀਆਂ, ਕੁਝ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਲਿਆਉਣਾ, ਪੰਥਕ ਰਾਜਨੀਤੀ ਤੇ ਜਿਹੜੀਆਂ ਪੰਥਕ ਧਾਰਮਿਕ ਰਵਾਇਤਾਂ ਨੇ ਉਹਨਾਂ ਨੂੰ ਨਵੇਂ ਢੰਗ ਨਾਲ ਡਿਫਾਈਨ ਕਰਨਾ, ਉਹਦੇ ਲਈ ਇੱਕ ਤਰ੍ਹਾਂ ਨਾਲ ਸੈਟਅਪ ਕ੍ਰੀਏਟ ਕਰਨਾ, ਉਹਦੇ ਲਈ ਵਿਦਵਾਨਾਂ ਦੇ ਸਿਰ ਜੋੜਨੇ ਨੇ। ਸੋ ਉਹਨਾਂ ਦੀਆਂ ਆਪਣੀਆਂ ਸਰਗਰਮੀਆਂ ਇੰਨੀਆਂ ਤੇ ਦੂਜਾ ਉਹਨਾਂ ਦਾ ਅਹੁਦਾ ਹੀ ਇੰਨਾ ਸਰਵਉੱਚ ਹੈ, ਜਦੋਂ ਤੁਸੀਂ ਉਹਨੂੰ ਗ੍ਰੰਥੀ ਬਣਾ ਦਿੰਦੇ ਹੋ ਦੁਬਾਰਾ, ਸੋ ਸਾਨੂੰ ਲੱਗਦਾ ਵੀ ਇਹ ਕਿਤੇ ਨਾ ਕਿਤੇ ਕੰਪਰੋਮਾਈਜ਼ ਕਰਦੇ ਹੋ। ਤੇ ਇਹਦੇ ਤੇ ਵੀ ਫਿਰ ਕੋਈ ਆਵਾਜ਼ ਬੁਲੰਦ ਹੋਣੀ ਚਾਹੀਦੀ ਹੈ ਕਿ ਅਕਾਲ ਤਖਤ ਸਾਹਿਬ ਦੇ ਜਾਂ ਬਾਕੀ ਦੇ ਤਖਤਾਂ ਦੇ ਜਿਹੜੇ ਜਥੇਦਾਰ ਨੇ ਉਹਨਾਂ ਦੀ ਜਿਹੜੀ ਹਸਤੀ ਹੈਗੀ ਆ ਉਹ ਆਜ਼ਾਦਾਨਾ ਚਾਹੀਦੀ ਹੈ, ਨਾ ਕਿ ਇਸ ਤਰੀਕੇ ਦੀ ਕਿ ਉਹਨਾਂ ਨੂੰ ਬਾਕੀ ਜਗ੍ਹਾ ਤੇ ਜਿਹੜਾ ਹੈ ਆਪਾਂ ਕਹੀਏ ਕਿ ਜਕੜਿਆ ਗਿਆ ਹੋਵੇ। ਪਰ ਜਿਹੜੇ ਇਹ ਫੈਸਲਾ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹ ਨਹੀਂ ਚਾਹੁੰਦੀ ਵੀ ਜਿਹੜੇ ਜਥੇਦਾਰ ਨੇ ਸਾਡੇ ਕਬਜ਼ੇ ਚੋਂ ਬਾਹਰ ਜਾਣ। ਨਰਿੰਦਰ ਮੋਦੀ ਦੀ ਲੀਡਰਸ਼ਿਪ ਬਾਰੇ ਜਾਂ ਜੋ ਕੁਝ ਕਰਨਾਟਕ ਦੇ ਵਿੱਚ ਹੋਇਆ, ਚੋਣਾਂ ਹਾਰੀਆਂ, ਉਸ ਤੇ ਲੈ ਕੇ ਇੱਕ ਕ੍ਰਿਟੀਕ ਜਿਹੜਾ ਹੈ ਉਹਦਾ ਕੀਤਾ ਗਿਆ ਹੈ। ਸਰਦਾਰ ਅਵਤਾਰ ਸਿੰਘ ਜੀ, ਇਹ ਗੱਲ ਫਿਰ ਕਿੱਧਰ ਨੂੰ ਜਾ ਰਹੀ ਹੈ? ਕਿ ਕਿਹਾ ਜਾ ਰਿਹਾ ਕਿ ਲੀਡਰਸ਼ਿਪ ਦੀਆਂ ਨੀਤੀਆਂ ਨੂੰ ਬਦਲਣ ਦੀ ਲੋੜ ਹੈ, ਇਸ ਦੇ ਵਿੱਚ ਤਬਦੀਲੀ ਦੀ ਲੋੜ ਹੈਗੀ ਹੈ। ਜਿਹੜੇ ਨਰਿੰਦਰ ਮੋਦੀ ਉਹਨੀਆਂ ਟਰਮਸ ਨੂੰ ਡਿਕਟੇਟ ਕਰ ਰਹੇ ਆ, ਉਹ ਬਹੁਤੀ ਹੁਣ ਕਿਸੇ ਦੀ ਗੱਲ ਸੁਣਨ ਵਿੱਚ ਆ ਜਿਹੜੀ ਤਵੱਜੋ ਨਹੀਂ ਦਿੰਦੇ। ਉਹਨਾਂ ਨੇ ਆਪਣਾ ਇੱਕ ਜਿਹੜਾ ਗਰੁੱਪ ਹੈ ਬਣਾ ਰੱਖਿਆ, ਪੋਲੀਟੀਕਲ ਤੇ ਸਲਾਹਕਾਰ ਗਰੁੱਪ, ਉਹਦੇ ਅਨੁਸਾਰ ਹੀ ਕੰਮ ਕਰਦੇ ਆ। ਸੋ RSS ਨੂੰ ਕਿਤੇ ਨਾ ਕਿਤੇ ਲੱਗਦਾ ਵੀ ਉਹ ਸਾਡੇ ਹੱਥਾਂ ਵਿੱਚੋਂ ਨਿਕਲ ਰਹੇ ਨੇ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਉਹਨਾਂ ਨੂੰ ਜਿਹੜਾ ਹੈ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਹੈ ਉਹ ਬਣਾਇਆ ਹੈ। ਇਸ ਤੋਂ ਪਹਿਲਾਂ ਜਿਹੜਾ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਜਥੇਦਾਰੀ ਉਹਨਾਂ ਦੇ ਕੋਲ ਸੀ, ਪਰ ਹੁਣ ਜਿਹੜਾ ਆਪਾਂ ਦੇਖਿਆ ਕਿ ਐਕਟਿੰਗ ਜਥੇਦਾਰ ਭਾਈ ਹਰਪ੍ਰੀਤ ਸਿੰਘ ਸੀ, ਉਹਨਾਂ ਦੇ ਨਾਲ ਕਿਤੇ ਨਾ ਕਿਤੇ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਸਵੈ ਇੱਛਾ ਅਨੁਸਾਰ ਉਹਨਾਂ ਨੇ ਜਿਹੜਾ ਆਪਾਂ ਕਹੀ ਕਿ ਭਾਈ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਵਰਡ ਯੂਜ਼ ਕੀਤਾ ਕਿ ਉਹਨਾਂ ਨੇ ਜਿਹੜਾ ਕਿਹਾ ਸੀ ਕਿ ਮੈਨੂੰ ਇੱਕ ਜਗ੍ਹਾ ਤੇ ਬਣਾ ਦਿਓ ਤੇ ਅਸੀਂ ਉਹਨਾਂ ਨੂੰ ਜਿਹੜਾ ਹੈ ਇੱਥੋਂ ਲੈ ਕੇ ਤੇ ਦਮਦਮਾ ਸਾਹਿਬ ਦੇ ਹੀ ਹੋ ਰਹਿਣਗੇ। ਕੀ ਕਹੋਗੇ ਇਸ ਦੇ ਬਾਰੇ? ਹਾਂਜੀ, ਸੋ ਕੱਲ੍ਹ ਜਿਸ ਤਰ੍ਹਾਂ 72 ਘੰਟੇ ਦੇ ਨੋਟਿਸ ਤੇ ਸ਼੍ਰੋਮਣੀ ਕਮੇਟੀ ਦਾ ਸਾਨੂੰ ਪਤਾ ਲੱਗਿਆ ਸੀ ਵੀ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ। ਸੋ ਕਿਆਸ ਰਾਈਆਂ ਤਾਂ ਸੀ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਿੱਦਾਂ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਜੀ, ਕਿਉਂਕਿ ਪਿਛਲੀ ਵਾਰੀ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਆਪਾਂ ਕਿਹਾ ਸੀਗਾ ਵੀ ਭਾਰਤੀ ਜਨਤਾ ਪਾਰਟੀ ਆ RSS ਵਾਲੇ ਆਪਣੀ ਪੁਗਾ ਗਏ ਸੀ, ਸੋ ਉਦੋਂ ਉਹਨਾਂ ਨੇ ਗਿਆਨੀ ਜੀ ਨੂੰ ਜਿਸ ਤਰ੍ਹਾਂ ਨਹੀਂ ਲੈਣ ਦਿੱਤਾ ਹਨਾ, ਵੀ ਉਹ ਸੀਗਾ ਵੀ ਸਾਨੂੰ ਲੱਗਦਾ ਵੀ ਉਹ ਉਦੋਂ ਜਿਹੜਾ ਦਿੱਲੀ ਵਾਲਾ ਗਰੁੱਪ ਆ ਉਹਨੂੰ ਲੱਗਦਾ ਸੀਗਾ ਵੀ ਇਹ ਬੇਪਤੀ ਕਰਕੇ ਲਾਇਆ ਜਾ ਰਿਹਾ ਹੈ। ਹੁਣ ਜਿਹੜੀ ਆਈ ਆ ਵੀ ਉਹਨਾਂ ਨੇ ਜਿਸ ਤਰ੍ਹਾਂ ਧਾਮੀ ਸਾਹਿਬ ਦਾ ਆਇਆ ਹੈਗਾ ਵੀ ਉਹਨਾਂ ਨੇ ਸਵੈ ਇੱਛਾ ਨਾਲ ਇਹ ਪ੍ਰਗਟ ਕਰਿਆ ਸੀਗਾ ਵੀ ਮੈਨੂੰ ਅਕਾਲ ਤਖਤ ਸਾਹਿਬ ਦੀ ਜਿਹੜੀ ਸੇਵਾ ਤੋਂ ਮੁਕਤ ਕਰਿਆ ਜਾਵੇ, ਮੈਂ ਤਖਤ ਸ੍ਰੀ ਦਮਦਮਾ ਸਾਹਿਬ ਵਿੱਚ ਹੀ ਰਹਿਣਾ ਚਾਹੁੰਦਾ ਹਾਂ। ਸੋ ਇੱਥੇ ਤੁਸੀਂ ਕੋਈ ਆਪਣਾ ਨਵਾਂ ਜਿਹੜਾ ਸਿੰਘ ਆ ਉਹਨੂੰ ਨਿਯੁਕਤ ਕਰੋ। ਸੋ ਹੁਣ ਤੁਸੀਂ ਦੇਖੋ ਵੀ ਭਾਈ ਰਘਬੀਰ ਸਿੰਘ ਹੁਣ ਪੱਕੇ ਜਥੇਦਾਰ ਲਾਏ ਗਏ ਨੇ। ਜੀ ਬਿਲਕੁਲ, ਇਹ ਐਕਟਿੰਗ ਨਹੀਂ ਹੈ, ਐਕਟਿੰਗ ਨਹੀਂ ਹੈ, ਪੱਕੇ ਹਨ ਜੀ। ਗਿਆਨੀ ਹਰਪ੍ਰੀਤ ਸਿੰਘ ਐਕਟਿੰਗ ਜਥੇਦਾਰ ਸੀ, ਭਾਈ ਰਘਬੀਰ ਸਿੰਘ ਹੁਣ ਪੱਕੇ ਜਥੇਦਾਰ ਦੇ ਤੌਰ ਤੇ। ਔਰ ਇਹਦੇ ਨਾਲ ਉਹ ਸ਼੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਦੀ ਸੇਵਾ ਵੀ ਨਾਲ ਦੀ ਨਾਲ ਕਰਨਗੇ। ਹਾਂਜੀ, ਇਹ ਹੁਣ ਜਿਸ ਤਰ੍ਹਾਂ ਕਾਫੀ ਇਹਦੇ ਬਾਰੇ ਨਾ ਸਵਾਲ ਉੱਠ ਰਹੇ ਨੇ। ਇੱਕ ਤਾਂ ਇਹ ਹੈਗਾ ਵੀ ਇੱਕ ਵਿਅਕਤੀ ਜੇ ਹੈੱਡ ਗ੍ਰੰਥੀ ਦੀ ਸੇਵਾ ਵੀ ਨਿਭਾਏਗਾ ਤਾਂ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਆਜ਼ਾਦਾਨਾ ਸੇਵਾ, ਜਿਹੜਾ ਉਹ ਕੌਮ ਨੂੰ ਜਿਹੜਾ ਅਕਾਊਂਟੇਬਲ ਆ, ਜਿਹੜੀ ਕੌਮ ਪ੍ਰਤੀ ਉਹਦੀ ਜ਼ਿੰਮੇਵਾਰੀ ਆ, ਉਹਨੂੰ ਆਜ਼ਾਦਾਨਾ
ਜਾਂ ਇਮਾਨਦਾਰੀ ਨਾਲ ਕਿਸ ਤਰ੍ਹਾਂ ਨਿਭਾ ਸਕੇਗਾ। ਇੱਥੇ ਸਵਾਲ ਇਹ ਆਉਂਦਾ ਹੈ ਨਾ। ਦੂਜਾ ਇਹ ਹੁੰਦਾ ਹੈਗਾ ਵੀ ਜਦੋਂ ਉਹ ਹੈੱਡ ਗ੍ਰੰਥੀ ਦੇ ਤੌਰ ਤੇ ਸੇਵਾ ਨਿਭਾ ਰਿਹਾ, ਉਹ ਕਿਤੇ ਨਾ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ, ਕਿਉਂਕਿ ਤਨਖਾਹਦਾਰ ਮੁਲਾਜ਼ਮ ਦੇ ਤੌਰ ਤੇ ਕੰਮ ਕਰ ਰਿਹਾ। ਜਦੋਂ ਉਹ ਹੈੱਡ ਗ੍ਰੰਥੀ ਦੇ ਤੌਰ ਤੇ ਤਨਖਾਹਦਾਰ ਮੁਲਾਜ਼ਮ ਦੇ ਤੌਰ ਤੇ ਕੰਮ ਕਰ ਰਿਹਾ, ਫਿਰ ਉਹ ਅਕਾਲ ਤਖਤ ਦੀ ਜਿਹੜੀ ਸੰਸਥਾ ਤੇ ਸੇਵਾ ਨਿਭਾ ਰਿਹਾ, ਉਹ ਉਸ ਤਨਖਾਹਦਾਰ ਮੁਲਾਜ਼ਮ ਵਾਲੀ ਹੈਸੀਅਤ ਨਾਲੋਂ ਵੱਡੀ ਹੈ ਹਨਾ। ਸੋ ਉਹਨੇ ਪੰਥ ਲਈ ਬਹੁਤ ਵੱਡੇ ਫੈਸਲੇ ਜਾਂ ਡਾਇਰੈਕਸ਼ਨਸ ਦੇ, ਮਤਲਬ ਕਿਤੇ ਨਾ ਕਿਤੇ ਆਪਾਂ ਕਹੀਏ ਕਿ ਜਿਹੜੀ ਸੋਵਰੇਨਟੀ ਜਾਂ ਇੰਟਰਨਲ ਸੋਵਰੇਨਟੀ ਹੈਗੀ ਉਹ ਕਿਤੇ ਨਾ ਕਿਤੇ ਨਹੀਂ ਰਹੇਗੀ, ਉਹ ਜਿਹੜੀ ਸਰਵਉੱਚਤਾ ਉਹ ਇਸ ਤਰੀਕੇ ਨਾਲ ਰਹੇਗੀ। ਸਿਮਿਲਰ ਹੀ ਜਿਹੜਾ ਸਿੰਘ ਸਾਹਿਬ ਜਿਹੜੇ ਭਾਈ ਸੁਲਤਾਨ ਸਿੰਘ ਹੈਗੇ ਨੇ ਉਹਨਾਂ ਨੂੰ ਕੇਸਗੜ੍ਹ ਸਾਹਿਬ ਦੇ ਜਥੇਦਾਰ ਬਣਾਇਆ ਗਿਆ ਹੈ। ਦਰਬਾਰ ਸਾਹਿਬ ਦੇ ਉਹ ਗ੍ਰੰਥੀ ਵਜੋਂ ਕਹਿੰਦੇ ਵੀ ਸੇਵਾਵਾਂ ਜਿਹੜੀਆਂ ਆਪਣੀਆਂ ਜਾਰੀ ਰੱਖਣਗੇ। ਇਹਨਾਂ ਦਾ ਵੀ ਫਿਰ ਉਹੀ ਹੋ ਗਿਆ ਵੀ ਇੱਧਰੋਂ ਦਰਬਾਰ ਸਾਹਿਬ ਦੇ ਗ੍ਰੰਥੀ ਦੀਆਂ ਸੇਵਾਵਾਂ ਤੇ ਉਧਰੋਂ ਕੇਸਗੜ੍ਹ ਸਾਹਿਬ ਦੇ ਜਿਹੜੇ ਜਥੇਦਾਰ, ਕਿਸ ਤਰ੍ਹਾਂ ਫਿਰ ਇਹ ਕਿੱਦਾਂ ਹੋਊਗਾ ਮੈਨੇਜ? ਕਿਉਂਕਿ ਜਥੇਦਾਰ ਸਾਹਿਬ ਦੀ ਜਿਹੜੀ ਹੁਣ ਇਹ ਤਾਂ ਜਥੇਦਾਰ ਸਾਹਿਬ ਦੀ ਇੰਡੀਪੈਂਡੈਂਟ ਪੋਸਟ ਚਾਹੀਦੀ ਆ ਵੀ ਉਹਨੂੰ ਕਿਸੇ ਗ੍ਰੰਥੀ ਦੀਆਂ ਸੇਵਾਵਾਂ ਨਿਭਾਉਣ ਦੀ ਕੋਈ ਲੋੜ ਨਹੀਂ ਹੈ ਨਾ। ਉਹ ਤੁਹਾਡਾ ਵਰਕਰ ਨਹੀਂ ਰਿਹਾ। ਜਦੋਂ ਜਥੇਦਾਰ ਦੀ ਪਦਵੀ ਤੇ ਆ ਗਿਆ, ਉਹ ਤੁਹਾਡਾ ਵਰਕਰ ਨਹੀਂ ਹੈ। ਬੇਸ਼ੱਕ ਬਕਾਇਦਾ ਉਹਨਾਂ ਨੂੰ ਜਿਹੜੀ ਪੇਮੈਂਟ ਵਗੈਰਾ ਹੈਗੀ ਆ ਉਹ ਉਹਨਾਂ ਦੇ ਨਿੱਜੀ ਖਰਚਿਆਂ ਲਈ ਸ਼੍ਰੋਮਣੀ ਕਮੇਟੀ ਦੇ ਅਕਾਊਂਟਸ 'ਚੋਂ ਜਾਣੀ ਹੈਗੀ ਆ, ਪਰ ਜਿਸ ਦਿਨ ਤੋਂ ਉਹਨਾਂ ਨੇ ਜਥੇਦਾਰੀ ਸੰਭਾਲ ਲਈ, ਸਾਨੂੰ ਲੱਗਦਾ ਵੀ ਉਹ ਫਿਰ ਗ੍ਰੰਥੀ ਨਹੀਂ ਰਹਿ ਗਿਆ। ਗ੍ਰੰਥੀ ਦਾ ਤੇ ਜਥੇਦਾਰ ਦਾ ਇਹੀ ਫਰਕ ਆ ਵੀ ਜਥੇਦਾਰ ਸਰਵਉੱਚ ਨੇ ਹਨਾ। ਉਹਨਾਂ ਨੇ ਕੌਮ ਦੇ ਭਲੇ ਲਈ ਫੈਸਲੇ ਲੈਣੇ ਆ, ਕੁਛ ਡਿਸੀਜਨ ਮੇਕਿੰਗ ਪ੍ਰੋਸੈਸ ਕ੍ਰੀਏਟ ਕਰਨੀਆਂ, ਕੁਛ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਲਿਆਉਣਾ, ਪੰਥਕ ਰਾਜਨੀਤੀ ਤੇ ਜਿਹੜੀਆਂ ਪੰਥਕ ਧਾਰਮਿਕ ਰਵਾਇਤਾਂ ਨੇ ਉਹਨਾਂ ਨੂੰ ਨਵੇਂ ਢੰਗ ਨਾਲ ਡਿਫਾਈਨ ਕਰਨਾ, ਉਹਦੇ ਲਈ ਇੱਕ ਤਰ੍ਹਾਂ ਨਾਲ ਸੈਟਅਪ ਕ੍ਰੀਏਟ ਕਰਨਾ, ਉਹਦੇ ਲਈ ਵਿਦਵਾਨਾਂ ਦੇ ਸਿਰ ਜੋੜਨੇ ਨੇ। ਸੋ ਉਹਨਾਂ ਦੀਆਂ ਆਪਣੀਆਂ ਸਰਗਰਮੀਆਂ ਇੰਨੀਆਂ, ਤੇ ਦੂਜਾ ਉਹਨਾਂ ਦਾ ਅਹੁਦਾ ਹੀ ਇੰਨਾ ਸਰਵਉੱਚ ਹੈ। ਜਦੋਂ ਤੁਸੀਂ ਉਹਨੂੰ ਗ੍ਰੰਥੀ ਬਣਾ ਦਿੰਦੇ ਹੋ ਦੁਬਾਰਾ, ਸੋ ਸਾਨੂੰ ਲੱਗਦਾ ਵੀ ਇਹ ਕਿਤੇ ਨਾ ਕਿਤੇ ਕੰਪਰੋਮਾਈਜ਼ ਕਰਦੇ ਹੋ ਉਹਨਾਂ ਦੀ ਆਜ਼ਾਦ ਜਿਹੜੀ ਆਪਾਂ ਪ੍ਰਭੂ ਸੱਤਾ ਸੰਪੰਨ ਪੋਜੀਸ਼ਨ ਆ ਉਹਦੇ ਨਾਲ ਇੱਕ ਤਰ੍ਹਾਂ ਨਾਲ ਧਰੋ ਹੁੰਦਾ ਹੈ। ਇਹ ਗਲਤ ਹੈ ਸ਼੍ਰੋਮਣੀ ਕਮੇਟੀ ਵੱਲੋਂ। ਜਿਹੜੇ ਹੁਣ ਇਹਦੇ ਤੋਂ ਮੈਨੂੰ ਇੱਕ ਆਪਣੇ ਸਿੰਘ ਨੇ ਹੋਰ ਸਵਾਲ ਉਠਾਇਆ, ਉਹ ਕਹਿੰਦੇ ਵੀ ਇਹਦਾ ਮਤਲਬ ਸ਼੍ਰੋਮਣੀ ਕਮੇਟੀ ਕੋਲ ਉਸ ਪਾਏ ਦੇ ਉੱਚ ਪੱਧਰ ਦੇ ਗ੍ਰੰਥੀਆਂ ਦੀ ਵੀ ਕਮੀ ਹੈ ਵੀ ਜਦੋਂ ਜਿਹੜਾ ਉਹ ਸੇਵਾਵਾਂ ਨਿਭਾ ਹੀ ਨਹੀਂ ਸਕਦੇ। ਇਹਦਾ ਮਤਲਬ ਕਿਸੇ ਹੋਰ ਵਿੱਚ ਉਹ ਸਮਰੱਥਾ ਹੀ ਨਹੀਂ ਹੈ ਵੀ ਜੇ ਜਥੇਦਾਰ ਸਾਹਿਬ ਨੂੰ ਆਪਣੀ ਅਹੁਦੇ ਤੇ ਲਾ ਦਿੱਤਾ, ਉਹਨਾਂ ਦੀ ਜਗ੍ਹਾ ਰਿਪਲੇਸਮੈਂਟ ਲਈ ਕੋਈ ਬੰਦੇ ਨਹੀਂ ਹੈਗੇ। ਇਟ ਮੀਨਸ ਸ਼੍ਰੋਮਣੀ ਕਮੇਟੀ ਵਿੱਚ ਇਸ ਤਰ੍ਹਾਂ ਦਾ ਕ੍ਰਾਈਸਿਸ ਵੀ ਹੈ ਵੀ ਜਿਨ੍ਹਾਂ ਦਾ ਉੱਚਾ ਸੁੱਚਾ ਜੀਵਨ ਹੈ, ਜਿਹੜੇ ਹੁਣ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਜਿਹੜੇ ਗ੍ਰੰਥੀ ਸਿੰਘ ਜਾਂ ਹੈੱਡ ਗ੍ਰੰਥੀ ਹੋਣਗੇ, ਉਹਨਾਂ ਦਾ ਇੱਕ ਜੀਵਨ ਵੀ ਬਹੁਤ ਉੱਚਾ ਤੇ ਬੜੇ ਬੁਲੰਦ ਕਿਰਦਾਰ ਵਾਲੇ ਔਰ ਰੂਹਾਨੀਅਤ ਨਾਲ ਭਰਪੂਰ ਔਰ ਗੁਰਬਾਣੀ ਦੇ ਗਿਆਤਾ ਹੋਣੇ ਚਾਹੀਦੇ ਆ। ਇਟ ਮੀਨਸ ਉਹਦੀ ਵੀ ਸ਼ਾਰਟੇਜ ਆ ਜਿਹੜਾ ਇਹਨਾਂ ਸਿੰਘਾਂ ਨੂੰ ਡਬਲ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ। ਬੜੇ ਸਵਾਲ ਨੇ। ਇਟ ਮੀਨਸ ਸ਼ਾਰਟੇਜ ਆਫ ਜਿਹੜੇ ਚੰਗੇ ਗ੍ਰੰਥੀ ਨੇ, ਤੇ ਦੂਜਾ ਹੈਗਾ ਵੀ ਉਹਨਾਂ ਦੀ ਪ੍ਰਭੂ ਸੱਤਾ ਤੋਂ ਰੋਕਿਆ ਜਾ ਰਿਹਾ। ਜਿਹੜੇ ਉਹਨਾਂ ਨੇ ਪ੍ਰਭੂ ਸੱਤਾ ਸੰਪੰਨ ਖਾਲਸਾ ਪੰਥ ਦੇ ਹੱਕ ਵਿੱਚ ਫੈਸਲੇ ਲੈਣੇ ਸੀ, ਉਹਨਾਂ ਤੋਂ ਰੋਕਣ ਲਈ ਉਹਨਾਂ ਨੂੰ ਗ੍ਰੰਥੀ ਬਣਾ ਕੇ ਇਹ ਜਚਾਇਆ ਜਾ ਰਿਹਾ ਵੀ ਤੁਸੀਂ ਸਾਡੇ ਖਿਲਾਫ ਨਾ ਕੋਈ ਫੈਸਲਾ ਲਿਓ, ਵਰਨਾ ਤੁਹਾਡੀ ਦੀਆਂ ਤਨਖਾਹਾਂ ਭੱਤੇ ਵਗੈਰਾ ਉਹ ਕਿਸੇ ਨਾ ਕਿਤੇ ਆਪਾਂ ਪ੍ਰਭਾਵਿਤ ਹੋ ਸਕਦੇ। ਤੇ ਇਹਦੇ ਤੇ ਵੀ ਫਿਰ ਕੋਈ ਆਵਾਜ਼ ਬੁਲੰਦ ਹੋਣੀ ਚਾਹੀਦੀ ਹੈ ਕਿ ਅਕਾਲ ਤਖਤ ਸਾਹਿਬ ਦੇ ਜਾਂ ਬਾਕੀ ਦੇ ਤਖਤਾਂ ਦੇ ਜਿਹੜੇ ਜਥੇਦਾਰ ਨੇ ਉਹਨਾਂ ਦੀ ਜਿਹੜੀ ਹਸਤੀ ਹੈਗੀ ਆ ਉਹ ਆਜ਼ਾਦਾਨਾ ਚਾਹੀਦੀ ਹੈ, ਨਾ ਕਿ ਇਸ ਤਰੀਕੇ ਦੀ ਕਿ ਉਹਨਾਂ ਨੂੰ ਬਾਕੀ ਜਗ੍ਹਾ ਤੇ ਜਿਹੜਾ ਹੈ ਆਪਾਂ ਕਹੀਏ ਕਿ ਜਕੜਿਆ ਗਿਆ ਹੋਵੇ। ਨਹੀਂ, ਇਹ ਆਵਾਜ਼ ਬਹੁਤ ਥੋੜੀਆਂ ਪੰਥਕ ਸੰਸਥਾਵਾਂ ਤੇ ਪੰਥਕ ਸ਼ਖਸੀਅਤਾਂ ਵੱਲੋਂ ਉੱਠਦੀ ਆ, ਪਰ ਜਿਹੜੇ ਇਹ ਫੈਸਲਾ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹ ਨਹੀਂ ਚਾਹੁੰਦੀ ਵੀ ਜਿਹੜੇ ਜਥੇਦਾਰ ਨੇ ਸਾਡੇ ਕਬਜ਼ੇ ਚੋਂ ਬਾਹਰ ਜਾਣ। ਉਹਨਾਂ ਨੇ ਜਥੇਦਾਰਾਂ ਤੇ ਕਬਜ਼ਾ ਜਮਾ ਰੱਖਿਆ ਵੀ ਅਸੀਂ ਜਥੇਦਾਰਾਂ ਨੂੰ ਹੋਰ ਸਿੱਖ ਸੰਸਥਾਵਾਂ ਦੇ ਆਗੂਆਂ ਦੇ ਖਿਲਾਫ ਡਟ ਕੇ ਵਰਤੀਏ, ਕੋਈ ਜਥੇਦਾਰ ਆਪਣੇ ਤੌਰ ਤੇ ਆਪਣੇ ਖੰਭ ਫੈਲਾ ਕੇ ਸਾਡੇ ਖਿਲਾਫ ਫੈਸਲੇ ਨਾ ਦੇਵੇ। ਭਾਈ ਰਣਜੀਤ ਸਿੰਘ ਨੇ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹਨਾਂ ਨੂੰ 2 ਮਹੀਨਿਆਂ 'ਚ ਹੀ ਲਾ ਕੇ ਉਹਨਾਂ ਨੇ ਪਰੇ ਮਾਰਿਆ। ਸੋ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੀ ਲੀਡਰਸ਼ਿਪ ਨਹੀਂ ਚਾਹੁੰਦੀ ਵੀ ਇਹੀ ਕ੍ਰਾਈਸਿਸ ਆ। ਅੱਜ ਜਿਹੜਾ ਅਕਾਲੀ ਦਲ ਜਿਹੜਾ ਖੱਖੜੀਆਂ ਕਰੇਲੇ ਹੋਇਆ ਨਾ, ਉਹਦਾ ਕ੍ਰਾਈਸਿਸ ਦਾ ਮੇਨ ਕਾਰਨ ਹੀ ਇਹ ਆ ਵੀ ਪੰਥਕ ਜਜ਼ਬਾ ਅਕਾਲੀ ਪੋਲਿਟਿਕਸ ਤੇ ਜਿਹੜੀਆਂ ਧਾਰਮਿਕ ਸੰਸਥਾਵਾਂ ਉਹਦੇ ਚੋਂ ਕੱਢ ਦਿੱਤਾ ਹੋਇਆ। ਸੋ ਜਿਹੜੇ 4 ਥੰਮ ਸੀ ਇੰਟਰਨਲ ਡੈਮੋਕ੍ਰੇਸੀ ਦੇ, ਉਹਦੇ ਵਿੱਚ ਅਕਾਲੀ ਦਲ ਦਾ ਪ੍ਰਧਾਨ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਇਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ, ਤੇ ਚੌਥਾ ਮੁੱਖ ਮੰਤਰੀ ਹੁੰਦਾ ਸੀ। ਸੋ ਮੁੱਖ ਮੰਤਰੀ ਇੱਕ ਪਿਲਰ ਸੀ
ਬਾਕੀ 3 ਪਿੱਲਰ ਵੱਖਰੇ ਸੀ, ਪਰ ਇੱਕ ਪਿਲਰ ਨੇ ਮੇਰਾ ਖਿਆਲ ਸਾਰਾ ਕੁਝ ਹੀ ਆਪਣੇ ਉੱਤੇ ਹੀ ਲੈ ਲਿਆ। ਹਾਂਜੀ ਹਾਂਜੀ। ਸੋ ਉਸ ਪਿੱਲਰ ਨੇ ਬਾਕੀ ਤਿੰਨੇ ਪਿੱਲਰਾਂ ਨੂੰ ਢਾਹ ਕੇ ਉਹਨਾਂ ਨੂੰ ਆਪਣੇ ਅਧੀਨ ਕਰ ਲਿਆ, ਜਿਹੜਾ ਕਿ ਹੁਣ ਜੇ ਮੁੱਖ ਮੰਤਰੀ ਉਹਨਾਂ ਦਾ ਨਹੀਂ ਵੀ ਰਿਹਾ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਾਹੀਂ ਤੇ ਐਗਜ਼ੈਕਟਿਵ ਰਾਹੀਂ ਉਹ ਆਪਣੀਆਂ ਪਾਵਰਾਂ ਯੂਜ਼ ਕਰ ਰਹੇ ਆ, ਜਿਨ੍ਹਾਂ ਨੇ ਭਵਿੱਖ ਦੇ ਮੁੱਖ ਮੰਤਰੀ ਬਣਨਾ। ਸੋ ਇਹ ਅਕਾਲੀ ਪੋਲਿਟਿਕਸ ਦਾ ਜਾਂ ਸਾਡੀ ਧਾਰਮਿਕ ਜਿਹੜੀ ਹੈਗੀ ਆ ਜਥੇਬੰਦਕ ਢਾਂਚਾ, ਉਹਦਾ ਇੱਕ ਕ੍ਰਾਈਸਿਸ ਆ, ਜਿਹਦੇ ਵਿੱਚੋਂ ਅਕਾਲ ਤਖਤ ਦੇ ਜਥੇਦਾਰ ਨੂੰ ਗ੍ਰੰਥੀ ਬਣਾ ਕੇ ਤੁਸੀਂ ਆਪਣੇ ਅਧੀਨ ਤੇ ਗੁਲਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਜਿਹੜਾ ਕਿ ਪੰਥਕ ਰਵਾਇਤਾਂ ਦੇ ਬਿਲਕੁਲ ਖਿਲਾਫ ਜਾਂਦਾ ਹੈ। ਜੀ ਬਿਲਕੁਲ ਜੀ, ਕਿਉਂਕਿ ਜਦੋਂ 1996 ਦੇ ਵਿੱਚ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਹੀ ਬਣਾ ਦਿੱਤਾ ਗਿਆ ਤੇ ਫਿਰ ਉਸ ਤੋਂ ਬਾਅਦ ਚੋਂ ਜਿੱਦਾਂ ਦੀ ਅਕਾਲੀ ਦਲ ਹੋ ਗਈ, ਜਿੱਦਾਂ ਦੀ ਬਾਕੀ ਪਾਰਟੀਆਂ ਹੈਗੀਆਂ, ਉਸੇ ਤਰੀਕੇ ਨਾਲ ਹੀ ਹੋਣਾ ਚਾਹੀਦਾ ਸੀ, ਨਾ ਕਿ ਇੱਕ ਬੰਨੇ ਉਹ ਪੰਥ ਵਾਲਾ ਕੁੰਡਾ ਵੀ ਸ਼੍ਰੋਮਣੀ ਕਮੇਟੀ ਤੇ ਰੱਖਦੇ ਨੇ ਤੇ ਦੂਜੇ ਬੰਨੇ ਜਿਹੜੀਆਂ ਹੈ ਆਪਣੇ ਆਪ ਨੂੰ ਪੰਥਕ ਪਾਰਟੀ ਵਜੋਂ ਵੀ ਜਿਹੜਾ ਪ੍ਰਮਾਣਿਤ ਨਹੀਂ ਕਰਦੇ। ਇਹ ਜਿਹੜਾ ਮਸਲਾ ਕਿਤੇ ਨਾ ਕਿਤੇ ਜਿਹੜਾ ਹੈ, ਕਿਤੇ ਨਾ ਕਿਤੇ ਜੇ ਆਪਾਂ ਕਿ ਅਜੋਕੇ ਹਾਲਾਤ ਜਿਹੜੇ ਅਕਾਲੀ ਦਲ ਦੇ ਬਣੇ ਨੇ, ਇਹੀ ਇਹ ਕਾਰਨ ਹੈ, ਇਹੀ ਇੱਕ ਵੱਡਾ ਕਾਰਨ ਹੈ। ਜਦੋਂ ਤੱਕ ਇਸ ਕਾਰਨ ਦਾ, ਇਸ ਮਸਲੇ ਦਾ ਹੱਲ ਨਹੀਂ ਹੁੰਦਾ ਤੇ ਅਕਾਲੀ ਦਲ ਦੀ ਜਿਹੜੀ ਪੁਨਰ ਸਰਜੀਤੀ ਹੈ ਉਹ ਹੋਣੀ ਸੰਭਵ ਨਹੀਂ ਲੱਗ ਰਹੀ ਹੈਗੀ। ਹੁਣ ਆਪਾਂ ਗੱਲਬਾਤ ਕਰ ਲੈਂਦੇ ਹਾਂ ਭਾਰਤੀ ਰਾਜਨੀਤੀ ਦੀ। RSS ਦੇ ਪੇਪਰ ਦੇ ਵਿੱਚ ਨਰਿੰਦਰ ਮੋਦੀ ਬਾਰੇ ਜਿਹੜਾ ਹੈ, ਨਰਿੰਦਰ ਮੋਦੀ ਦੀ ਲੀਡਰਸ਼ਿਪ ਬਾਰੇ ਜਾਂ ਜੋ ਕੁਝ ਕਰਨਾਟਕ ਦੇ ਵਿੱਚ ਹੋਇਆ, ਚੋਣਾਂ ਹਾਰੀਆਂ, ਉਸ ਤੇ ਲੈ ਕੇ ਇੱਕ ਕ੍ਰਿਟੀਕ ਜਿਹੜਾ ਹੈ ਉਹਦਾ ਕੀਤਾ ਗਿਆ ਹੈ। ਸਰਦਾਰ ਅਵਤਾਰ ਸਿੰਘ ਜੀ, ਇਹ ਗੱਲ ਫਿਰ ਕਿੱਧਰ ਨੂੰ ਜਾ ਰਹੀ ਹੈ? ਕੀ ਕਿਹਾ ਜਾ ਰਿਹਾ ਕਿ ਲੀਡਰਸ਼ਿਪ ਦੀਆਂ ਨੀਤੀਆਂ ਨੂੰ ਬਦਲਣ ਦੀ ਲੋੜ ਹੈ, ਉਸ ਦੇ ਵਿੱਚ ਤਬਦੀਲੀ ਦੀ ਲੋੜ ਹੈਗੀ ਹੈ? ਕੀ ਫਿਰ RSS ਨੂੰ ਲੱਗ ਰਿਹਾ ਹੈ ਜਾਂ ਤਾਂ ਪ੍ਰਧਾਨ ਮੰਤਰੀ ਦਾ ਕੱਦ ਬਹੁਤ ਜ਼ਿਆਦਾ ਵੱਡਾ ਹੋ ਰਿਹਾ ਹੈ ਕਿ ਉਹਨਾਂ ਦੇ ਵੀ ਹੱਥ 'ਚੋਂ ਗੱਲ ਬਾਹਰ ਨਿਕਲ ਜਾਏਗੀ, ਜਾਂ ਉਹਨਾਂ ਨੂੰ ਲੱਗ ਰਿਹਾ ਹੈ ਕਿ ਉਹਨਾਂ ਦਾ ਜਾਦੂ ਦੁਬਾਰਾ ਨਹੀਂ ਚੱਲੇਗਾ? ਹਾਂਜੀ ਹਾਂਜੀ, ਇਹ ਦੋਵੇਂ ਗੱਲਾਂ ਹੋ ਸਕਦੀਆਂ। ਵੈਸੇ RSS ਇਸ ਗੱਲ ਨੂੰ ਕਾਫੀ ਫਿਕਰਮੰਦ ਆ ਵੀ ਜਿਹੜਾ ਪ੍ਰਧਾਨ ਮੰਤਰੀ ਦਾ ਕੱਦ ਹੈ ਉਹ ਸਮੁੱਚੀ ਜਥੇਬੰਦੀ ਨਾਲੋਂ ਉੱਪਰ ਉੱਠ ਗਿਆ ਹੋਇਆ ਹੈ ਨਾ। ਸੋ ਹੁਣ ਉਹ ਆਪਣੇ ਤੌਰ ਤੇ ਇੱਕ ਤਰ੍ਹਾਂ ਨਾਲ ਜਥੇਬੰਦੀ ਬਣ ਗਏ, ਉਹਨਾਂ ਦੇ ਡਿਕਟੇਟ ਹੀ ਕਰ ਰਹੇ ਆ। ਜਿਹੜੇ ਨਰਿੰਦਰ ਮੋਦੀ ਉਹਨੀਆਂ ਟਰਮਸ ਨੂੰ ਡਿਕਟੇਟ ਕਰ ਰਹੇ ਆ, ਉਹ ਬਹੁਤੀ ਹੁਣ ਕਿਸੇ ਦੀ ਗੱਲ ਸੁਣਨ ਵਿੱਚ ਆ ਜਿਹੜੀ ਤਵੱਜੋ ਨਹੀਂ ਦਿੰਦੇ। ਉਹਨਾਂ ਨੇ ਆਪਣਾ ਇੱਕ ਜਿਹੜਾ ਗਰੁੱਪ ਹੈ ਬਣਾ ਰੱਖਿਆ, ਪੋਲੀਟੀਕਲ ਤੇ ਸਲਾਹਕਾਰ ਗਰੁੱਪ, ਉਹਦੇ ਅਨੁਸਾਰ ਹੀ ਕੰਮ ਕਰਦੇ ਆ। ਸੋ RSS ਨੂੰ ਕਿਤੇ ਨਾ ਕਿਤੇ ਲੱਗਦਾ ਵੀ ਉਹ ਸਾਡੇ ਹੱਥਾਂ ਵਿੱਚੋਂ ਨਿਕਲ ਰਹੇ ਨੇ। ਇਸੇ ਕਰਕੇ ਕਰਨਾਟਕਾ ਦੀਆਂ ਚੋਣਾਂ ਦੀ ਹਾਰ ਤੋਂ ਬਾਅਦ RSS ਦਾ ਜਿਹੜਾ ਮਾਊਥਪੀਸ ਆ, ਆਰਗੇਨਾਈਜ਼ਰ, ਉਹਦੇ ਵਿੱਚ ਸੰਪਾਦਕੀ ਛਪਿਆ ਹੈ ਵੀ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਾਦੂ ਆ ਉਹ ਹੁਣ ਫਿੱਕਾ ਪੈਂਦਾ ਜਾ ਰਿਹਾ ਹੈ, ਔਰ ਸਾਨੂੰ ਇਸੇ ਵੇਲੇ ਨੀਤੀਆਂ ਵਿੱਚ ਤੇ ਲੀਡਰਸ਼ਿਪ ਵਿੱਚ ਤਬਦੀਲੀ ਦੀ ਲੋੜ ਹੈਗੀ ਹੈ ਨਾ। ਉਹਨਾਂ ਨੇ ਸੰਕੇਤ ਦਿੱਤੇ ਹਨ ਹਨਾ ਵੀ ਜੇ ਤੁਸੀਂ ਅਗਲੀਆਂ ਲੋਕ ਸਭਾ ਦੀਆਂ ਚੋਣਾਂ ਇਸ ਨਰਿੰਦਰ ਮੋਦੀ ਉਹਨਾਂ ਦੀ ਅਗਵਾਈ ਹੇਠ ਲੜੀਆਂ ਤਾਂ ਇਹ ਸੰਭਵ ਨਹੀਂ ਹੈ ਵੀ ਉਹਨਾਂ ਨੂੰ ਉਨੀਆਂ ਵੋਟਾਂ ਪੈਣਗੀਆਂ ਜਾਂ ਭਾਰਤੀ ਜਨਤਾ ਪਾਰਟੀ ਮੁੜ ਤੋਂ ਸਰਕਾਰ ਬਣਾ ਸਕੇਗੀ। ਉਹ ਕਹਿੰਦੇ ਵੀ ਕਰਨਾਟਕਾ ਵਿੱਚ ਭਾਰਤੀ ਜਨਤਾ ਪਾਰਟੀ ਜਿੰਨੇ ਭ੍ਰਿਸ਼ਟਾਚਾਰ ਦੇ ਦਲਦਲ ਵਿੱਚ ਫਸੀ ਹੋਈ ਸੀ, ਔਰ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਦੀਆਂ ਵਾਰ-ਵਾਰ ਰੈਲੀਆਂ ਕਰਨ ਦੇ ਬਾਵਜੂਦ ਵੀ ਕਰਨਾਟਕ ਦੇ ਲੋਕਾਂ ਨੇ ਵੋਟਾਂ ਨਹੀਂ ਪਾਈਆਂ, ਇਟ ਮੀਨਸ ਲੋਕ ਪ੍ਰਧਾਨ ਮੰਤਰੀ ਦੇ ਜਾਦੂ ਤੋਂ ਵੀ ਬਦਜ਼ਨ ਹੋ ਗਏ ਨੇ। ਨਹੀਂ ਤਾਂ ਇਹ ਸੀਗਾ ਵੀ ਜਿੱਥੇ ਨਰਿੰਦਰ ਮੋਦੀ ਉਹਨੇ ਰੈਲੀ ਕਰਕੇ ਆ ਗਏ ਉੱਥੇ ਵੋਟਾਂ ਦੇ ਅੰਬਾਰ ਲੱਗ ਜਾਂਦੇ ਸੀ। ਪਰ ਮੇਰਾ ਖਿਆਲ ਇਦਾਂ ਦੀ ਹਾਲਾਤ ਅਜੇ ਲੱਗਦੇ ਤਾਂ ਹੈ ਨਹੀਂ, ਕਿਉਂਕਿ ਓਪੋਜੀਸ਼ਨ ਹੀ ਇੰਨੀ ਵੀਕ ਹੈ। ਫਿਰ ਇਹਨੂੰ ਕਿਵੇਂ ਦੇਖਦੇ ਹੋ? ਮਤਲਬ ਇਹ ਉਹਦੇ ਚੋਂ ਇਹ ਵੀ ਹੁੰਦਾ, ਇੱਕ ਤਾਂ ਉਹਨਾਂ ਦੇ ਇੰਟਰਨਲ ਪਾਰਟੀ ਸਟ੍ਰਾਈਫ ਤਾਂ ਹੈਗੀ ਆ ਹਨਾ, ਭਾਰਤੀ ਜਨਤਾ ਪਾਰਟੀ ਵਿੱਚ ਲੀਡਰਸ਼ਿਪ ਦਾ ਇੱਕ ਕ੍ਰਾਈਸਿਸ ਤਾਂ ਹੈ। ਹੋਰ ਬਹੁਤ ਸਾਰੇ ਲੀਡਰ ਹੈ ਜਿਹੜੇ ਆਪ ਲੀਡਰ ਬਣਨਾ ਚਾਹੁੰਦੇ ਆ ਤੇ ਨਰਿੰਦਰ ਮੋਦੀ ਨੂੰ ਰਿਪਲੇਸ ਕਰਨਾ ਚਾਹੁੰਦੇ ਆ। RSS ਵੀ ਚਾਹੁੰਦਾ ਹੈ ਵੀ ਜਿਹੜਾ ਪਾਰਟੀ ਦਾ ਲੀਡਰ ਹੋਵੇ ਜਾਂ ਪ੍ਰਧਾਨ ਮੰਤਰੀ ਹੋਵੇ ਉਹ ਸਾਡੀਆਂ ਗੱਲਾਂ ਸੁਣਨ ਵਾਲਾ ਹੋਵੇ, ਮਤਲਬ ਸਾਡੇ ਤੋਂ ਇੰਨਾ ਵੱਡਾ ਉੱਚਾ ਨਾ ਹੋ ਜਾਵੇ ਸਾਨੂੰ ਉਹਦੇ ਥੱਲੇ ਲੱਗਣਾ। ਹਾਂਜੀ ਹਾਂਜੀ, ਹੁਣ RSS ਪ੍ਰਧਾਨ ਮੰਤਰੀ ਤੋਂ ਜਿੱਦਾਂ ਸੁਪੀਰੀਅਰ ਨਹੀਂ ਰਿਹਾ, ਇਨਫੀਰੀਅਰ ਆ, ਸੈਕੰਡਰੀ ਹੋ ਗਿਆ ਹੋਇਆ। ਸੋ RSS ਬੜੇ ਸਟ੍ਰੈਟਜੀਕਲੀ ਇਸ ਤਰ੍ਹਾਂ ਦੇ ਬਿਆਨ ਦੇ ਕੇ ਜਾਂ ਇਸ ਤਰ੍ਹਾਂ ਦੇ ਆਪਣੇ ਸੰਪਾਦਕੀਆਂ ਲਿਖ ਕੇ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਨੂੰ ਮੈਸੇਜ ਦੇ ਰਿਹਾ ਵੀ ਸਾਡੇ ਨਾਲ ਗੱਲ ਕਰ ਹਨਾ। ਸੋ ਇੱਕ ਤਰ੍ਹਾਂ ਨਾਲ ਉਹ ਗੱਲ ਪ੍ਰਧਾਨ ਮੰਤਰੀ ਮੈਨੂੰ ਲੱਗਦੀ ਹੁਣ ਉਹਨਾਂ ਨਾਲ ਗੱਲ ਇੰਨੀ ਨਹੀਂ ਕਰ ਰਹੇ, ਉਹ ਆਪਣੇ ਤੌਰ ਤੇ ਨੀਤੀਆਂ ਜਿਹੜੀਆਂ ਬਣਾ ਰਹੇ ਹੈਗੇ ਆ। ਸੋ ਤੁਹਾਡੀ ਗੱਲ ਹਾਲੇ ਬਿਲਕੁਲ ਠੀਕ ਆ ਵੀ ਹਾਲਾਤ ਇੰਨੇ ਖਰਾਬ ਨਹੀਂ ਹੋਏ ਵੀ ਉਹ ਨਰਿੰਦਰ ਮੋਦੀ ਦਾ ਜਾਦੂ ਨਾ ਚੱਲੇ। ਸੋ ਅੱਗੇ ਜਾ ਕੇ ਆਪਾਂ ਇਹਦੇ ਬਾਰੇ ਹੋਰ ਡਿਸਕਸ ਕਰ ਸਕਦੇ ਹੈਗੇ। ਤੇ ਖਦਸ਼ੇ ਵੀ ਜ਼ਾਹਰ ਕੀਤੇ ਜਾ ਰਹੇ ਨੇ ਕਿ ਵਕਤ ਤੋਂ ਪਹਿਲਾਂ ਹੋ ਸਕਦੀਆਂ ਹਨ ਲੋਕ ਸਭਾ ਦੀਆਂ ਚੋਣਾਂ। ਇਹਦੇ ਬਾਰੇ ਕੀ ਕਹੋਗੇ ਤੁਸੀਂ ਵੀ ਕੀ ਇਹਦੇ ਚਾਂਸਸ ਹੈਗੇ ਆ, ਜਾਂ ਜਿਹੜੇ ਬਾਕੀ ਸਟੇਟ ਇਲੈਕਸ਼ਨ ਹੋਣੇ ਆ ਉਹਨਾਂ ਦੇ ਕਰਕੇ ਇਹੋ ਜਿਹਾ ਹੋ ਰਿਹਾ? ਕੀ ਕਾਰਨ ਕੀ ਹੈ? ਹਾਂਜੀ ਹਾਂਜੀ, ਉਹਦੇ ਚੋਂ ਹੁਣੇ ਕਈ ਤਰ੍ਹਾਂ ਦੇ ਕਾਰਨ ਸਾਹਮਣੇ ਆ ਰਹੇ ਆ। ਜਿਸ ਤਰ੍ਹਾਂ ਕਰਨਾਟਕਾ ਦੀ ਹਾਰ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਅਤੇ RSS ਦੀ ਜਿਹੜੀ ਸਟ੍ਰੈਟਜਿਕ ਜਿਹੜੀ ਕਮੇਟੀ ਹੈਗੀ ਆ, ਉਹਨਾਂ ਦਾ ਇਹ ਕਹਿਣਾ ਵੀ ਜੇ ਇਹੋ ਹੀ ਟ੍ਰੈਂਡ ਜਾਰੀ ਰਿਹਾ ਵੀ ਪ੍ਰਧਾਨ ਮੰਤਰੀ ਤੇ ਅਮਿਤ ਸ਼ਾਹ ਦੀਆਂ ਇੰਨੀਆਂ ਜ਼ਿਆਦਾ ਰੈਲੀਆਂ ਦੇ ਬਾਵਜੂਦ ਜੇ ਕਰਨਾਟਕ ਬੁਰੀ ਤਰ੍ਹਾਂ ਹਾਰੇ ਆ ਤਾਂ ਹੁਣ ਇਹ ਹੈਗਾ ਵੀ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਮਈ ਤੇ ਅਪ੍ਰੈਲ ਤੇ ਮਈ ਵਿੱਚ ਅਗਲੇ ਸਾਲ 2024 ਵਿੱਚ। ਉਹ ਤੋਂ ਪਹਿਲਾਂ ਬਹੁਤ ਸਾਰੇ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ, ਜਿਹਦੇ ਵਿੱਚ ਇਹ ਹੈਗਾ ਵੀ
ਅਰੁਣਾਚਲ ਪ੍ਰਦੇਸ਼, ਉੜੀਸਾ। ਉਹ ਤੋਂ ਪਹਿਲਾਂ ਹੋਣੀਆਂ ਛੱਤੀਸਗੜ੍ਹ ਤੇ ਮਿਜ਼ੋਰਮ ਦੀਆਂ ਹੋਣੀਆਂ ਨਵੰਬਰ 'ਚ ਇਸੇ ਸਾਲ। ਇਸੇ ਸਾਲ ਦਸੰਬਰ 'ਚ ਰਾਜਸਥਾਨ ਦੀਆਂ ਹੋਣੀਆਂ ਨੇ, ਤੇ ਫਿਰ ਮਾਰਚ ਜਾਂ ਅਪ੍ਰੈਲ ਵਿੱਚ ਹੋਣੀਆਂ ਆਂਧਰਾ ਪ੍ਰਦੇਸ਼, ਉੜੀਸਾ ਤੇ ਅਰੁਣਾਚਲ ਪ੍ਰਦੇਸ਼, 3 ਦੀ। ਇਟ ਮੀਨਸ 6-7 ਰਾਜਾਂ ਦੀਆਂ ਚੋਣਾਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੋਣੀਆਂ। 2 ਦੀਆਂ ਤਾਂ ਨਾਲ ਦੀ ਨਾਲ ਹੀ ਹੋਣਗੀਆਂ। ਜਿਹੜਾ ਆਂਧਰਾ ਤੇ ਅਰੁਣਾਚਲ ਹੈਗਾ ਵੀ ਉਹ ਬਹੁਤ ਥੋੜਾ ਫਰਕ ਹੈ, ਉਹਨੂੰ ਇਕੱਠਿਆਂ ਕੀਤਾ ਜਾ ਸਕਦਾ। ਪਰ ਜਿਹੜੇ ਕਰੂਸ਼ੀਅਲ ਰਾਜ ਨੇ, ਮੱਧ ਪ੍ਰਦੇਸ਼ ਹੋਇਆ, ਛੱਤੀਸਗੜ੍ਹ ਹੋਇਆ, ਮਿਜ਼ੋਰਮ ਹੋਇਆ ਤੇ ਰਾਜਸਥਾਨ ਹੋਇਆ, ਤੇਲੰਗਾਨਾ ਹੋਇਆ, ਇਹਨਾਂ ਦੀਆਂ ਬੜੀਆਂ ਕਰੂਸ਼ੀਅਲ ਨੇ। ਇਹਨਾਂ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਚੰਗੀ ਫਾਈਟ ਹੁੰਦੀ ਹੈ ਵਿਰੋਧੀ ਧਿਰਾਂ ਵਿੱਚ ਤੇ ਭਾਰਤੀ ਜਨਤਾ ਪਾਰਟੀ ਵਿੱਚ। ਹੁਣ ਜਿਹੜਾ ਪੈਟਰਨ ਇਹ ਆ ਰਿਹਾ ਹੈਗਾ, ਜਿਹੜੀ ਤੁਸੀਂ ਗੱਲ ਕਰਦੇ ਸੀ ਨਾ ਵੀ ਨਰਿੰਦਰ ਮੋਦੀ ਦਾ ਜਾਦੂ ਹਲੇ ਨਹੀਂ ਘਟਿਆ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਨਰਿੰਦਰ ਮੋਦੀ ਦਾ ਜਾਦੂ ਲੋਕ ਸਭਾ ਚੋਣਾਂ ਲਈ ਨਹੀਂ ਘਟਿਆ ਜੀ ਜੀ, ਪਰ ਵਿਧਾਨ ਸਭਾ ਚੋਣਾਂ ਵਿੱਚ ਲੋਕ ਲੋਕਲ ਆਸਪੈਕਟਸ ਤੇ ਵੋਟਾਂ ਪਾਉਂਦੇ ਆ, ਜਿਹਦੇ ਲਈ ਨਰਿੰਦਰ ਮੋਦੀ ਦਾ ਜਾਦੂ ਫਿੱਕਾ ਪੈ ਜਾਂਦਾ ਹੈ। ਹਨਾ, ਸੋ ਵਿਧਾਨ ਸਭਾ ਚੋਣਾਂ ਦਾ ਪੈਟਰਨ VOTING ਦਾ ਵੱਖਰਾ ਹੈ, ਲੋਕ ਸਭਾ ਦਾ ਵੱਖਰਾ ਹੈ। ਔਰ ਮੇਰਾ ਖਿਆਲ ਇਹਦੇ 'ਚ ਵੀ ਇਹਨਾਂ ਦਾ 1 ਕੰਟਰੀ 1 ਇਲੈਕਸ਼ਨ ਵਾਲੀ ਇੱਕ ਨੀਤੀ ਜਿਹੜੀ ਪਿੱਛੇ ਚੱਲਦੀ ਹੈਗੀ ਆ ਵੀ ਇੱਕੋ ਹੀ ਇਲੈਕਸ਼ਨ ਹੋਣ, ਸਾਨੂੰ 2 ਦੇ ਚੱਕਰਾਂ 'ਚ ਨਾ ਪੈਣਾ। ਹਾਂਜੀ, ਉਹ ਬਿਲਕੁਲ ਉਸੇ ਤਰ੍ਹਾਂ ਦਾ। ਉਹਦੇ 'ਚ ਉਹ ਹੈਗਾ ਵੀ ਪ੍ਰਧਾਨ ਮੰਤਰੀ ਦਾ ਜਾਦੂ ਤਾਂ ਚੱਲੂਗਾ ਜੇ ਲੋਕ ਸਭਾ ਤੇ ਵਿਧਾਨ ਸਭਾ ਇਕੱਠੀਆਂ ਹੋਣਗੀਆਂ। ਹਨਾ, ਉਹਦੇ 'ਚ ਉਹ ਹੈਗਾ ਵੀ ਫਿਰ ਲੋਕਾਂ ਨੇ ਦੇਸ਼ ਦੇ ਤੌਰ ਤੇ ਨਰਿੰਦਰ ਮੋਦੀ ਨੂੰ ਪ੍ਰਵਾਨ ਕਰਿਆ ਹੋਇਆ, ਪਰ ਸਟੇਟਸ ਦੇ ਤੌਰ ਤੇ ਉਹ ਆਪਣੀ ਵੱਖਰੀ ਲੀਡਰਸ਼ਿਪ ਚੁਣਦੇ ਹੈਗੇ ਆ। ਉਹ ਵੱਖਰੀ ਲੀਡਰਸ਼ਿਪ ਤਾਂ ਹੀ ਚੁਣਦੇ ਹੈਗੇ ਆ ਜਦੋਂ ਸਟੇਟ ਦੀਆਂ ਚੋਣਾਂ ਵੱਖਰੀਆਂ ਹੁੰਦੀਆਂ ਤੇ ਲੋਕ ਸਭਾ ਦੀਆਂ ਵੱਖਰੀਆਂ ਹੁੰਦੀਆਂ ਹਨ। ਉਹਨਾਂ ਨੂੰ ਹੁਣ ਇਹੀ ਡਰ ਹੈ ਵੀ ਇੱਕੋ ਗੇੜੇ 'ਚ ਹੀ ਸਾਰੀਆਂ ਚੋਣਾਂ ਕਰਵਾ ਲਈਆਂ ਜਾਣ। ਤੇ ਇਹ ਤੋਂ ਪਹਿਲਾਂ ਹੁਣ ਜੇ ਆਹ ਚੋਣਾਂ ਜਿਹੜੀਆਂ 6-7 ਰਾਜਾਂ ਦੀਆਂ ਹੋਣੀਆਂ, ਇਹਦੇ ਵਿੱਚੋਂ ਜੇ ਅੱਧੀਆਂ ਵੀ ਉਹ ਹਾਰ ਜਾਂਦੇ ਆ, ਇਟ ਮੀਨਸ ਹਵਾ ਉਹਨਾਂ ਦੇ ਖਿਲਾਫ ਵਗਣ ਦੀ ਸੰਭਾਵਨਾ ਵਾ, ਤੇ ਉਹਦਾ ਫਾਇਦਾ ਜਿਹੜੀ ਵਿਰੋਧੀ ਧਿਰ ਲੈ ਸਕਦੇ ਆ। ਉਹ ਇਸ ਤਰ੍ਹਾਂ ਦਾ ਕੋਈ ਵੀ ਚਾਂਸ ਨਹੀਂ ਲੈਣਾ ਚਾਹੁੰਦੇ ਵੀ ਹਵਾ ਸਾਡੇ ਖਿਲਾਫ ਵਗੇ, ਸਾਡੇ ਰਾਜਾਂ ਵਿੱਚੋਂ ਸਾਡੇ ਵਿਰੋਧ ਨਤੀਜੇ ਆਉਣ ਜਿਹਦਾ ਅਸਰ ਲੋਕ ਸਭਾ ਤੇ ਪਵੇ। ਉਹ ਸਾਰੇ ਨੂੰ ਕਲੱਬ ਕਰਨਾ ਚਾਹੁੰਦੇ ਹੈਗੇ। ਜੀ ਬਿਲਕੁਲ ਜੀ। ਤੇ ਦੂਜੇ ਬੰਨੇ ਲੋਕ ਸਭਾ ਚੋਣਾਂ ਦੀ ਗੱਲ ਚੱਲ ਰਹੀ ਸੀ। 23 ਜੂਨ ਨੂੰ ਜਿਹੜਾ ਹੈ ਪਟਨਾ ਸਾਹਿਬ ਵਿਖੇ ਇੱਕ ਮਹਾ ਸੰਮੇਲਨ ਹੋਣ ਜਾ ਰਿਹਾ ਹੈ। ਕਿਹਾ ਜਾ ਰਿਹਾ ਕਿ ਉਸ ਦੇ ਵਿੱਚ ਹੋ ਸਕਦਾ ਹੈ ਕਿ ਕੋਈ ਜਿਹੜਾ ਹੈ ਸਾਂਝਾ ਨੇਤਾ ਜਿਹੜਾ ਵਿਰੋਧੀ ਧਿਰ ਦੇ ਤੌਰ ਤੇ ਜਿਹੜਾ ਚੁਣ ਲਿਆ ਜਾਵੇ, ਜੋ ਕਿ ਨਰਿੰਦਰ ਮੋਦੀ ਹੋਣਾ ਦੇ ਸਾਹਮਣੇ ਜਿਹੜਾ ਹੈ ਖੜ ਸਕੇ। ਕਿੰਨੀ ਕੁ ਪੋਸੀਬਿਲਿਟੀ ਲੱਗਦੀ ਹੈ ਕਿ ਹੈ ਇਸ ਤਰ੍ਹਾਂ ਦਾ ਹੋ ਸਕਦਾ ਹੈ, ਸੰਭਵ ਹੈ? ਜਿਵੇਂ ਕਿ ਆਪਾਂ ਦੇਖਿਆ ਕਿ ਵਿਰੋਧੀ ਧਿਰਾਂ ਨੇ ਪਿਛਲੀ ਵਾਰੀ ਸ਼ਾਇਦ 1-2 ਜਗ੍ਹਾ ਤੇ ਟਰਾਈ ਕੀਤੀ ਸੀ ਪਰ ਇੰਨਾ ਸਕਸੈਸਫੁਲ ਨਹੀਂ ਹੋ ਸਕਿਆ। ਨਹੀਂ, ਹੁਣ ਇਹ ਹੋ ਰਿਹਾ ਹੈਗਾ। ਇੱਕ ਤਾਂ ਇਹ ਕਿ ਵੀ ਮਹਾ ਸੰਮੇਲਨ ਵਿੱਚ ਪਟਨਾ ਸਾਹਿਬ ਵਿੱਚ ਰੱਖਿਆ ਗਿਆ, ਲਗਭਗ ਬਹੁਤੀਆਂ ਹਾਲੇ ਕਾਂਗਰਸ ਦਾ ਮੇਰੇ ਕੋਲ ਇਨਫੋਰਮੇਸ਼ਨ ਨਹੀਂ ਆਈ, ਬਾਕੀ ਸਾਰੀਆਂ ਜਥੇਬੰਦੀਆਂ ਨੇ ਹਾਂ ਕਰ ਦਿੱਤੀ ਹੈ ਵੀ ਅਸੀਂ ਉਹਦੇ ਵਿੱਚ ਸ਼ਾਮਲ ਹੋਵਾਂਗੇ। ਉਹਦੇ ਵਿੱਚ 2 ਏਜੰਡੇ ਆ ਜਿਹੜੇ ਪ੍ਰਮੁੱਖ ਆ ਰਹੇ ਹੈਗੇ। ਇੱਕ ਤਾਂ ਇਹ ਹੈਗਾ ਵੀ ਭਾਰਤੀ ਜਨਤਾ ਪਾਰਟੀ ਦੇ ਹਰੇਕ ਉਮੀਦਵਾਰ ਦੇ ਖਿਲਾਫ ਇੱਕ ਉਮੀਦਵਾਰ ਖੜਾ ਕਰਿਆ ਜਾਵੇ, ਵੀ ਉੱਥੇ ਕੋਈ ਵੀ 2, 3 ਜਾਂ 4 ਉਮੀਦਵਾਰ ਨਾ ਹੋਣ। ਸੋ ਇਹਦੇ ਤੇ ਸਹਿਮਤੀ ਬਣਾਉਣ ਲਈ ਉਹਨਾਂ ਨੇ ਕਮੇਟੀ ਬਣਾਉਣ ਦਾ ਜਾਂ ਜਥੇਬੰਦਕ ਢਾਂਚਾ ਉਸਾਰਨ ਦਾ ਫੈਸਲਾ ਕਰ ਲਿਆ ਹੋਇਆ। ਦੂਜਾ, ਜਿਵੇਂ ਤੁਸੀਂ ਕਿਹਾ ਵੀ ਨਰਿੰਦਰ ਮੋਦੀ ਦੇ ਮੁਕਾਬਲੇ ਤੇ ਇੱਕ ਚਿਹਰਾ ਜਿਹਦੇ ਤੇ ਆਮ ਸਹਿਮਤੀ ਨਤੀਸ਼ ਕੁਮਾਰ ਉਹਨਾਂ ਤੇ ਹੋ ਰਹੀ ਹੈਗੀ ਆ। ਸੋ ਨਤੀਸ਼ ਕੁਮਾਰ ਦੇ ਚਿਹਰੇ ਨੂੰ ਹੋ ਸਕਦਾ ਹੈ ਵੀ ਇੱਕ ਸਾਂਝੇ ਚਿਹਰੇ ਦੇ ਤੌਰ ਤੇ, ਗਠਬੰਧਨ ਦੇ ਚਿਹਰੇ ਦੇ ਤੌਰ ਤੇ ਸਾਹਮਣੇ ਲਿਆਂਦਾ ਜਾਵੇ। ਦੂਜਾ ਵੀ ਇਹ ਹੈਗਾ ਵੀ ਜਿਹੜਾ ਦੂਜਾ ਉਹਨਾਂ ਦਾ ਫੈਸਲਾ ਹੈਗਾ ਵੀ ਇੱਕ ਲੋਕ ਸਭਾ ਤੇ ਇੱਕੋ ਹੀ ਉਮੀਦਵਾਰ ਖੜਿਆ ਕਰਿਆ ਜਾਵੇ। ਸਾਨੂੰ ਲੱਗਦਾ ਵੀ ਜੇ ਉਹਦੇ ਤੇ ਸਹਿਮਤੀ ਹੋਊਗੀ ਤਾਂ ਭਾਰਤੀ ਜਨਤਾ ਪਾਰਟੀ ਦੀ ਕਾਫੀ ਵੱਡੀਆਂ ਚੁਣੌਤੀਆਂ ਬਹੁਤ ਸਾਰੇ ਲੋਕ ਸਭਾ ਹਲਕਿਆਂ ਵਿੱਚ ਆ ਜਿਹੜੀਆਂ ਉਹ ਦਿੱਤੀਆਂ ਜਾ ਸਕਦੀਆਂ। ਹੁਣ ਇਹ ਹੁੰਦਾ ਵੀ ਜਿਹੜੇ ਗੱਠਜੋੜ ਬਣਿਆ ਗਠਬੰਧਨ, ਉਹਦੇ ਹੀ 3-4 ਪਾਰਟੀਆਂ ਦੇ ਉਮੀਦਵਾਰ ਖੜੇ ਹੋ ਜਾਂਦੇ ਆ ਤੇ ਉਹਦੇ ਤੋਂ ਜਿੱਤ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੀ ਹੋ ਜਾਂਦੀ ਹੈ। ਲਗਭਗ 50-60 ਸੀਟਾਂ ਭਾਜਪਾ ਇਸੇ ਕਰਕੇ ਲੈ ਜਾਂਦੀ ਆ ਵੱਧ ਵੀ ਉਹਦੇ ਵਿੱਚ 3-4 ਉਮੀਦਵਾਰ ਖੜੇ ਹੁੰਦੇ ਆ ਵਿਰੋਧੀ ਪਾਰਟੀਆਂ ਦੇ। ਸੋ ਜੇ ਤੁਸੀਂ 1 by 1, 1 to 1 ਲੜਾਈ ਲੜੋਗੇ ਤਾਂ ਸਾਨੂੰ ਲੱਗਦਾ ਵੀ ਭਾਜਪਾ ਲਈ ਇੱਕ ਚੁਣੌਤੀ ਜ਼ਰੂਰ ਆਵੇਗੀ। ਹਾਲੇ ਭਾਜਪਾ ਹਾਰਨ ਦੀ ਸਥਿਤੀ ਵਿੱਚ ਨਹੀਂ ਹੈ, ਪਰ ਉਹਨੂੰ ਚੁਣੌਤੀ ਦੇਣਾ ਤੁਹਾਡਾ ਫਸਟ ਸਟੈਪ ਹੋਊਗਾ। ਕਈ ਵਾਰੀ ਇਹ ਹੁੰਦਾ ਵੀ ਤੁਹਾਡੀ ਇਮਾਨਦਾਰੀ ਨੂੰ ਦੇਖ ਕੇ ਜਿਹੜੇ ਵੋਟਰ ਨੇ ਉਹ ਤੁਹਾਨੂੰ ਵੱਧ ਗਿਣਤੀ ਵਿੱਚ ਜਿਹੜੇ ਫਲਕਚੁਏਟਿੰਗ ਵੋਟਰ ਹੁੰਦੇ, ਜਿਨ੍ਹਾਂ ਨੇ ਫੈਸਲਾ ਨਹੀਂ ਕਰਿਆ ਹੁੰਦਾ, ਉਹ ਵੀ ਤੁਹਾਨੂੰ ਵੋਟ ਪਾ ਜਾਂਦੇ ਆ। ਇਸ ਕਰਕੇ ਉਹਦੇ 'ਚ ਸੰਭਾਵਨਾਵਾਂ ਕ੍ਰੀਏਟ ਰਹਿੰਦੀਆਂ ਹੈ।